ਸੋ ਮੈਂ ਕਿਹਾ ਸੀ ਵੀ ਇਹ ਬਾਤ ਨਿਰੀ ਇੰਨੀ ਹੀ ਨਹੀਂ ਜੀ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ ਜਿਹਨੂੰ ਤੌਖਲਾ ਉੱਜੜ ਜਾਣ ਦਾ ਏ। ਜੀ ਜੀ ਤੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ, ਜੀ ਰਵਿਦਾਸ ਫਰੀਦ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫਕੀਰ ਖੜੇ, ਮੇਰਾ ਨਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਉਹਨਾਂ ਦੀ ਸ਼ਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ। ਜੀ ਜੀ ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੇ, ਕਦੀ ਕਹਿੰਦੇ ਇਹਨਾਂ ਨੂੰ ਪਾਕਿਸਤਾਨ ਚੀਨ ਜਾਂ ਕਦੀ ਇਹ ਟੁਕੜੇ ਟੁਕੜੇ ਗੈਂਗ ਆ, ਕਦੀ ਇਹ ਖਾਲਿਸਤਾਨੀ ਆ, ਕਿ ਮਤਲਬ ਉਹ ਸੋਲਵ ਕਰਨ ਦੀ ਬਜਾਏ ਜਾਂ ਗੱਲ ਕਰਨ ਦੀ ਬਜਾਏ ਉਹਨਾਂ ਲੋਕਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਜੀ ਕੀਤੀ ਗਈ। ਸੋ ਹੁਣ ਮੈਂ ਸਮਝਦਾ ਕਿ ਇਹ ਹੈ ਕਿ ਇਹਦਾ ਹੱਲ ਇਹੀ ਹੈ ਕਿ ਲੋਕਾਂ ਨੇ ਤਾਂ ਆਪਣੀ ਖੂਬਸੂਰਤੀ ਦਿਖਾਤੀ ਹੈ, ਜੀ ਹੁਣ ਸਰਕਾਰ ਦੀ ਵਾਰੀ ਹੈ ਕਿ ਉਹ ਵੀ ਆਪਣੀ ਸ਼ਾਇਸਤਗੀ ਆਪਣੀ ਮਾਨਵਤਾ ਦਿਖਾਵੇ ਔਰ ਇਸ ਮਸਲੇ ਦਾ ਹੱਲ ਕਰੇ, ਇਹਨਾਂ ਕਾਨੂੰਨਾਂ ਨੂੰ ਵਾਪਸ ਲਵੇ। ਹੁਣ ਕਿਸਾਨਾਂ ਲਈ ਪਿੱਛੇ ਮੁੜਨਾ ਬਹੁਤ ਮੁਸ਼ਕਿਲ ਹੈ। ਅਸੀਂ ਰਾਜੇ ਨੂੰ ਪਿਤਾ ਸਮਾਨ ਭਾਰਤ 'ਚ ਮੰਨਦੇ ਵੀ ਉਹ ਸਾਡਾ ਇੱਕ ਪਰਜਾ ਦਾ ਪਿਤਾ ਹੁੰਦਾ, ਜੀ ਤੇ ਉਹਨੂੰ ਉਹਦੀ ਜੋ ਉਹਦੇ ਨਾਲ ਸਲੂਕ ਹੋਵੇ ਉਹਨੂੰ ਉਸ ਸਲੂਕ 'ਚ ਇੱਕ ਹਮਦਰਦੀ ਔਰ ਦਰਦ ਜ਼ਰੂਰ ਚਾਹੀਦਾ, ਜੋ ਕਿ ਨਹੀਂ ਹੈਗਾ। ਮੈਂ ਕਿਹਾ ਸੀ ਵੀ ਅਸੀਂ ਹੋ ਗਏ ਹਾਂ, ਪਹਿਲਾਂ ਅਸੀਂ ਮੈਂ ਤੂੰ ਸੀਗੇ, ਜੀ ਹੁਣ ਅਸੀਂ ਹੋਏ ਹਾਂ। ਜੀ ਸੋ ਇਸ ਅਸੀਂ ਨੂੰ ਅਸੀਂ ਸਾਂਭ ਕੇ ਰੱਖਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਕਿਸਾਨੀ ਅੰਦੋਲਨ ਚੱਲ ਰਿਹਾ ਏ, 1.5 ਮਹੀਨਾ ਬੀਤ ਚੁੱਕਿਆ। ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਕਿਸਾਨੀ ਅੰਦੋਲਨ ਨੂੰ ਇੱਕ ਹੁੰਗਾਰਾ ਪੰਜਾਬ ਦੇ ਗਾਇਕਾਂ ਵੱਲੋਂ, ਲੇਖਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਤੇ ਐਡਾ ਵੱਡਾ ਅੰਦੋਲਨ ਖੜਾ ਹੋ ਗਿਆ। ਤੇ ਅੱਜ ਸਾਡੇ ਨਾਲ ਪੰਜਾਬੀ ਸਾਹਿਤ ਦੇ ਬਾਬਾ ਬੋੜ ਸੁਰਜੀਤ ਸਿੰਘ ਪਾਤਰ ਇੱਥੇ ਪਹੁੰਚੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਉਹ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੋ ਤੁਹਾਨੂੰ ਵੀ ਔਰ ਸਾਰੇ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ, ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਇਕੱਲੇ ਪੰਜਾਬ ਦੇ ਨਹੀਂ ਪੂਰੇ ਭਾਰਤ ਚੋਂ ਉੱਠ ਕੇ ਕਿਸਾਨ ਆ ਰਹੇ ਨੇ, ਹਰ ਇੱਕ ਵਰਗ ਸਪੋਰਟ ਕਰ ਰਿਹਾ ਹੈ। ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਸੈਂਟਰ ਸਰਕਾਰ ਦਾ ਜੋ ਰਵੱਈਆ ਹੈ? ਕਿਸਾਨ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਪਰ ਉਹ ਕਹਿ ਰਹੇ ਨੇ ਰੱਦ ਨਹੀਂ ਹੋਣੇ। ਦੇਖੋ, ਮੈਂ ਸਮਝਦਾ ਕਿ ਕਿਸਾਨਾਂ ਨੇ, ਸਾਡੇ ਲੋਕਾਂ ਨੇ ਬਹੁਤ ਸ਼ਾਇਸਤਗੀ ਨਾਲ, ਬਹੁਤ ਸ਼ਾਂਤੀ ਨਾਲ, ਬਹੁਤ ਖੁਸ਼ ਮਿਜ਼ਾਜੀ ਨਾਲ, ਜੀ ਚੜ੍ਹਦੀ ਕਲਾ ਨਾਲ ਇਹ ਸਾਰਾ ਅੰਦੋਲਨ ਜਾਨੀ ਚਲਾਇਆ ਔਰ ਚਲਾ ਰਹੇ ਆ। ਔਰ ਦੁਨੀਆ 'ਚ ਇਹੋ ਜਿਹੇ ਅੰਦੋਲਨ ਦੀ ਕਿਤੇ ਮਿਸਾਲ ਨਹੀਂ ਮਿਲਦੀ। ਜਹਾਨ ਦੇਖ ਰਿਹਾ ਇਸ ਵੇਲੇ ਸਾਰੇ ਕੁਝ ਨੂੰ ਕਿ ਭਾਰਤ ਦੇ ਲੋਕ ਕਿਸ ਸ਼ਾਇਸਤਗੀ ਨਾਲ ਅੰਦੋਲਨ ਚਲਾ ਸਕਦੇ ਆ। ਰੋਸ ਆਪਾਂ ਅਮਰੀਕਾ ਦਾ ਵੀ ਦੇਖਿਆ ਕਿ ਅਮਰੀਕਾ ਦੇ 2 ਦਿਨ ਪਹਿਲਾਂ ਉੱਥੇ ਕਿਸ ਤਰ੍ਹਾਂ ਦੇ ਰੋਸ ਪ੍ਰਗਟ ਹੁੰਦੇ, ਪਰ ਸਾਡੀ ਇੱਕ ਇਹੋ ਜਿਸ ਤਰ੍ਹਾਂ ਦੀ ਸਮਝ ਲਓ ਕਿ ਸੁਸ਼ੀਲਤਾ ਨਾਲ ਇਹ ਸਾਰਾ ਅੰਦੋਲਨ, ਸ਼ਹਾਦਤਾਂ ਦੇ ਬਾਵਜੂਦ ਕਿੰਨੇ ਲੋਕ ਗੁਜ਼ਰ ਗਏ, ਉਹਦੇ ਬਾਵਜੂਦ ਇੱਕ ਚੜ੍ਹਦੀ ਕਲਾ ਰੱਖੀ ਔਰ ਖੁਸ਼ ਮਿਜ਼ਾਜੀ ਰੱਖੀ। ਸੋ ਲੋਕਾਂ ਨੇ ਆਪਣੀ ਪੂਰੀ ਖੂਬਸੂਰਤੀ ਔਰ ਸੁਸ਼ੀਲਤਾ ਦਿਖਾਈ ਹੈ। ਪਰ ਸਰਕਾਰ ਨੇ ਸ਼ੁਰੂ ਤੋਂ ਹੀ ਇੱਕ ਬਹੁਤ, ਜਿਹਨੂੰ ਕਹਿੰਦੇ ਕਿ ਬੇਕਦਰੀ ਨਾਲ, ਬਹੁਤ ਸੰਵੇਦਨਹੀਣਤਾ ਨਾਲ ਇਹ ਸਾਰੇ ਕੁਛ ਨੂੰ ਉਹਨਾਂ ਨੇ ਇਹਦੇ ਨਾਲ ਸਲੂਕ ਕੀਤਾ, ਜਿਹੜਾ ਕਿ ਕਿਸੇ ਵੀ ਲੋਕ ਰਾਜੀ ਸਰਕਾਰ ਲਈ ਸ਼ੋਭਦਾ ਨਹੀਂ। ਜਾਂ ਕਦੇ ਇਨਕਾ ਗੁੰਮਰਾਹ ਹੋਏ ਲੋਕ ਹੈ, ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੇ, ਕਦੀ ਕਹਿੰਦੇ ਇਹਨਾਂ ਨੂੰ ਪਾਕਿਸਤਾਨ ਚੀਨ ਜਾਂ ਕਦੀ ਇਹ ਟੁਕੜੇ ਟੁਕੜੇ ਗੈਂਗ ਆ, ਕਦੀ ਇਹ ਖਾਲਿਸਤਾਨੀ ਆ, ਕਿ ਮਤਲਬ ਉਹ ਸੋਲਵ ਕਰਨ ਦੀ ਬਜਾਏ ਜਾਂ ਗੱਲ ਕਰਨ ਦੀ ਬਜਾਏ ਉਹਨਾਂ ਲੋਕਾਂ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ। ਸੋ ਹੁਣ ਮੈਂ ਸਮਝਦਾ ਕਿ ਇਹ ਹੈ ਕਿ ਇਹਦਾ ਹੱਲ ਇਹੀ ਹੈ ਕਿ ਲੋਕਾਂ ਨੇ ਤਾਂ ਆਪਣੀ ਖੂਬਸੂਰਤੀ ਦਿਖਾਤੀ ਹੈ, ਹੁਣ ਸਰਕਾਰ ਦੀ ਵਾਰੀ ਹੈ ਕਿ ਉਹ ਵੀ ਆਪਣੀ ਸ਼ਾਇਸਤਗੀ ਆਪਣੀ ਮਾਨਵਤਾ ਦਿਖਾਵੇ ਔਰ ਇਸ ਮਸਲੇ ਦਾ ਹੱਲ ਕਰੇ, ਇਹਨਾਂ ਕਾਨੂੰਨਾਂ ਨੂੰ ਵਾਪਸ ਲਵੇ। ਕਿਉਂਕਿ ਇਹ ਕਾਨੂੰਨ ਉਹਨਾਂ ਨੇ ਕੋਈ ਕਿਸਾਨਾਂ ਦੇ ਭਲੇ ਲਈ ਨਹੀਂ ਬਣਾਏ, ਉਹਨਾਂ ਨੇ ਜਿਹੜੇ ਵੱਡੇ ਘਰਾਣੇ ਜਿਹੜੇ ਕਿ ਉਹਨਾਂ ਨੂੰ ਚੋਣਾਂ 'ਚ ਮਦਦ ਕਰਦੇ ਆ, ਉਹਨਾਂ ਦੇ ਭਲੇ ਲਈ ਸਾਰਾ ਕੁਝ ਇਹ ਕਾਰਜ ਕੀਤਾ। ਸੋ ਇਸ ਲਈ ਇਹਨਾਂ ਕਾਨੂੰਨਾਂ ਨੂੰ ਅਸੀਂ
ਕਿਸੇ ਤਰ੍ਹਾਂ ਵੀ ਕਿਸਾਨਾਂ ਦੇ ਭਲੇ ਲਈ ਨਹੀਂ ਕਹਿ ਸਕਦੇ। ਸੋ ਇਸ ਚੀਜ਼ ਦਾ ਅੰਤ, ਕਿਉਂਕਿ ਹੁਣ ਕਿਸਾਨਾਂ ਲਈ ਪਿੱਛੇ ਮੁੜਨਾ ਬਹੁਤ ਮੁਸ਼ਕਿਲ ਹੈ ਜੀ ਜਿੱਥੇ ਤੱਕ ਉਹ ਪਹੁੰਚ ਚੁੱਕੇ ਆ। ਇਸ ਤਰ੍ਹਾਂ ਸਾਡੇ ਨੌਜਵਾਨਾਂ ਦੇ, ਸਾਡੇ ਬੱਚਿਆਂ ਧੀਆਂ ਵੀ ਸ਼ਾਮਲ ਨੇ, ਜੀ ਸਾਡੇ ਬਜ਼ੁਰਗ ਸ਼ਾਮਲ ਨੇ ਕਿ ਤੁਸੀਂ ਉਹਨਾਂ ਕੋਲ ਵੀ ਹੁਣ ਤੁਸੀਂ ਵਾਪਸ ਜਾਓ ਜਾਂ ਆਪਣੀਆਂ ਮੰਗਾਂ, ਕਿਉਂਕਿ ਜੇ ਹੁਣ ਤੁਸੀਂ ਸਿਰਫ ਇਹ ਮੰਨ ਲਓ ਕਿ ਹਾਂ ਜੀ ਸੁਧਾਰ ਕਰ ਦਿਆਂਗੇ, ਤੁਸੀਂ ਦੱਸੋ ਐਪ ਵਿੱਚੋਂ ਬਦਲ ਦਿਆਂਗੇ, ਉਹਦਾ ਵੀ ਕੋਈ ਯਕੀਨ ਨਹੀਂ ਕਰ ਸਕਦਾ। ਜੀ ਸੋ ਇਸ ਲਈ ਹੁਣ ਇਸ ਲਈ ਹੈ ਕਿ ਇਹ ਇੱਕ ਤਰ੍ਹਾਂ ਦੀ ਆਰ ਪਾਰ ਦੀ ਜੰਗ ਹੈ ਜਿਹਦੇ ਵਿੱਚ ਜ਼ਰੂਰੀ ਹੈ ਕਿ ਉਹ ਇਹਨਾਂ ਕਾਨੂੰਨਾਂ ਨੂੰ ਵਾਪਸ ਲਵੇ ਸਰਕਾਰ, ਔਰ ਨਵੇਂ ਕਾਨੂੰਨ ਬਣਾਉਣੇ ਹੋਣ ਤਾਂ ਫਿਰ ਕਿਸਾਨਾਂ ਦੀ ਸਲਾਹ ਨਾਲ ਔਰ ਅਰਥ ਸ਼ਾਸਤਰੀਆਂ ਦੀ ਸਲਾਹ ਨਾਲ ਨਵੇਂ ਕਾਨੂੰਨ ਬਣਾ ਲਵੇ। ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਲਿਖਣ ਦਾ ਰਵੱਈਆ ਸੀਗਾ, ਕਲਮਾਂ ਦਾ ਦੌਰ ਸੀਗਾ, ਉਹ ਵੀ ਬਦਲਿਆ, ਉਹਨਾਂ ਦੀ ਵੀ ਕੁਝ ਲਿਖਤੀ 'ਚ ਫਰਕ ਪਿਆ, ਗਾਉਣ ਦੀ ਲਿਖਤੀ 'ਚ ਵੀ ਫਰਕ ਪਿਆ ਉਸ ਨੂੰ? ਉਹ ਦੇਖੋ ਸਾਡੇ ਨੌਜਵਾਨਾਂ ਦੇ ਗੀਤ ਬਦਲ ਗਏ ਜੀ ਜੋ ਪੰਜਾਬੀ ਪਹਿਲਾਂ ਗੀਤ ਗਾਉਂਦੇ ਸੀ ਹੁਣ ਉਹ ਗੀਤ ਨਹੀਂ ਗਾਉਂਦੇ, ਔਰ ਲਿਖਾਰੀ ਜਦੋਂ ਕੋਈ ਲਹਿਰ ਚੱਲਦੀ ਹੈ ਫਿਰ ਸਾਰੀਆਂ ਕਲਮਾਂ ਉੱਠ ਪੈਂਦੀਆਂ, ਜੀ ਕਿਉਂਕਿ ਉਦੋਂ ਉਹਨਾਂ ਦੀ ਇੱਕ ਸੰਗਤ ਬਣਦੀ, ਕਾਫਲਾ ਬਣਦਾ, ਨਹੀਂ ਤਾਂ ਇਕੱਲੇ ਲਿਖਦੇ ਰਹਿੰਦੇ, ਆਪਣੇ ਦੁੱਖ ਲਿਖਦੇ ਰਹਿੰਦੇ ਆ। ਤਾਂ ਪਰ ਹੁਣ ਅਸੀਂ ਇੱਕ ਸਾਂਝਾ ਦੁੱਖ ਸੁੱਖ, ਇੱਕ ਸਾਂਝਾ ਸੁਪਨਾ ਲੈ ਕੇ ਸਾਰੇ ਤੁਰੇ ਹਾਂ। ਸੋ ਇਹ 'ਚ ਲਿਖਾਰੀ ਵੀ ਸ਼ਾਮਲ ਹੈ, ਇਹਦੇ 'ਚ ਕਲਾਕਾਰ ਵੀ ਸ਼ਾਮਲ ਹੈ, ਜੀ ਤੋ ਸਾਰੇ ਵਕੀਲ, ਵਿਦਿਆਰਥੀ, ਅਧਿਆਪਕ ਸਾਰੇ ਸ਼ਾਮਲ ਹੈ, ਕਿਉਂਕਿ ਇਹੋ ਸਰੋਕਾਰ ਬਹੁਤ ਸਹੀ ਸਰੋਕਾਰ ਨੇ। ਦੂਜੀ ਗੱਲ ਹੈ ਕਿ ਸਰਕਾਰ ਦੇ ਇਸ ਰਵੱਈਏ ਤੋਂ ਵੀ ਲੋਕ ਬਹੁਤ ਦੁਖੀ ਨੇ ਕਿ ਜੋ ਇੱਕ ਰਵੱਈਆ ਤੁਸੀਂ ਆਪਣੀ ਪਰਜਾ ਨਾਲ, ਅਸੀਂ ਰਾਜੇ ਨੂੰ ਪਿਤਾ ਸਮਾਨ ਭਾਰਤ 'ਚ ਮੰਨਦੇ ਵੀ ਉਹ ਸਾਡਾ ਇੱਕ ਪਰਜਾ ਦਾ ਪਿਤਾ ਹੁੰਦਾ, ਜੀ ਤੇ ਉਹਨੂੰ ਉਹਦੀ ਜੋ ਉਹਦੇ ਨਾਲ ਸਲੂਕ ਹੋਵੇ, ਉਹਨੂੰ ਉਸ ਸਲੂਕ 'ਚ ਇੱਕ ਹਮਦਰਦੀ ਔਰ ਦਰਦ ਜ਼ਰੂਰ ਚਾਹੀਦਾ, ਜੋ ਕਿ ਨਹੀਂ ਹੈਗਾ। ਜੀ ਕੀ ਲੱਗ ਰਿਹਾ ਇੱਥੋਂ ਸਾਡੀ ਕੀ ਪ੍ਰਾਪਤੀ ਰਹੂਗੀ ਇਹ ਅੰਦੋਲਨ 'ਚੋਂ, ਕੀ ਅੱਗੇ ਪ੍ਰਾਪਤੀਆਂ ਕਰੂਗਾ ਅੰਦੋਲਨ? ਦੇਖੋ ਪਹਿਲੀ ਗੱਲ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਫਤਿਹ ਪ੍ਰਾਪਤ ਕਰਕੇ ਜੀ ਕਰੀ ਜਾਣ। ਜੀ ਦੂਜੀ ਗੱਲ ਹੈ ਕਿ ਫਤਿਹ ਪ੍ਰਾਪਤ ਕਰਨਾ ਵੀ ਇਕੱਲਾ ਕਾਫੀ ਨਹੀਂ, ਇਸ ਸਾਂਝ ਨੂੰ ਆਪਾਂ ਅੱਗੇ ਵੀ ਬਰਕਰਾਰ ਰੱਖੀਏ, ਜੀ ਅੱਗੇ 'ਚੋਂ ਅਸੀਂ ਪੋਲੀਟਿਕਸ ਨੂੰ ਬਦਲਣ 'ਚ ਰੋਲ ਅਦਾ ਕਰੀਏ। ਰਾਜਨੀਤੀ ਸਾਡੀ ਭਾਵੇਂ ਪੂਰੇ ਭਾਰਤ ਦੀ ਜਾਂ ਸਾਡੇ ਸੂਬਿਆਂ ਦੀ ਰਾਜਨੀਤੀ ਕੋਈ ਖਰੀ ਰਾਜਨੀਤੀ ਨਹੀਂ ਆਪਾਂ ਕਹਿ ਸਕਦੇ ਜੀ ਕਿ ਉਹ ਇੱਕ ਖੋਟੀ ਰਾਜਨੀਤੀ ਹੈ, ਕਿ ਉਹਦੇ ਵਿੱਚ ਬਹੁਤ ਹੱਦ ਤੱਕ ਕਰਪਸ਼ਨ ਦਾ ਬੋਲਬਾਲਾ, ਕਿੰਨੇ ਕੋਈ ਮਾਫੀਆ, ਕੋਈ ਰੇਤ ਮਾਫੀਆ, ਕੋਈ ਲੈਂਡ ਮਾਫੀਆ। ਸੋ ਇਸ ਅੰਦੋਲਨ 'ਚੋਂ ਸਿਆਸਤ ਦੀ ਬਦਲਣ ਦੇ ਵੀ ਅਸੀਂ ਰਾਹ ਦੇਖ ਸਕਦੇ ਹਾਂ ਜੀ ਕਿ ਸਾਨੂੰ ਸਮਾਜਿਕ ਤੌਰ ਤੇ ਬਦਲੇ, ਸਾਡੇ ਸੱਭਿਆਚਾਰ, ਸਾਡੇ ਲੋਕਾਂ ਨੂੰ, ਜਿਵੇਂ ਜਦੋਂ ਜਿਹੜੇ ਸਾਡੇ ਮਸਲੇ ਵੀ ਹਰਿਆਣੇ ਪੰਜਾਬ ਦੇ, ਜਦੋਂ ਉਹਨੂੰ ਰਾਜਨੀਤਿਕ ਹੱਲ ਕਰਦੇ ਆ ਤਾਂ ਜ਼ਰੂਰ ਆਪਣੀਆਂ ਰੋਟੀਆਂ ਸੇਕਦੇ ਆ। ਜੀ ਜੇ ਇਹੋ ਅਸੀਂ ਮਸਲੇ ਜੇ ਲੋਕ ਬੈਠ ਕੇ ਕਰਨਗੇ ਉਹ ਤੋਂ ਬਿਹਤਰ ਕਰ ਸਕਦੇ ਆ ਜੀ ਕਿ ਆਪਾਂ ਇਦਾਂ ਕਰ ਲਈਏ, ਹੈ ਨਾ, ਕਿਉਂਕਿ ਉਦੋਂ ਕੋਈ ਇਦਾਂ ਦੀ ਨਹੀਂ ਹੋਊਗੀ ਅਸੀਂ ਭੜਕਾਉਣਾ ਜਾਂ ਕਿਸੇ ਨੂੰ ਉਕਸਾਉਣਾ, ਉਹ ਇੱਕ ਚੰਗੀ ਨੀਤੀ 'ਚੋਂ ਪੈਦਾ ਹੋਣਗੇ। ਜੀ ਸੋ ਇਸ ਅੰਦੋਲਨ ਦਾ ਅਸੀਂ ਆਸ ਕਰਦੇ ਹਾਂ, ਅਸੀਂ ਅਰਦਾਸ ਵੀ ਕਰਦੇ ਹਾਂ, ਇਹੋ ਸਮਝ ਲਓ ਕੁਦਰਤ ਅੱਗੇ, ਕਾਦਰ ਅੱਗੇ, ਜੀ ਕਿ ਸਾਡੇ ਲੋਕਾਂ ਨੂੰ, ਸਾਡੇ ਕਿਸਾਨਾਂ ਨੂੰ ਇਨਸਾਫ ਮਿਲੇ, ਔਰ ਇਹ ਇਨਸਾਫ ਇਹ ਤੋਂ ਅੱਗੇ ਵੀ ਕਹਾਣੀ ਚੱਲੇ, ਜੀ ਇਹ ਤੋਂ ਅੱਗੇ ਵੀ ਸਾਡੇ, ਕਿਉਂਕਿ ਦੁੱਖ ਤਾਂ ਇਹ ਕਾਨੂੰਨ ਵਾਪਸ ਲੈ ਕੇ ਵੀ ਦੁੱਖ ਤਾਂ ਰਹਿਣੇ ਆ, ਜੀ ਹੈ ਨਾ, ਉਹਨਾਂ ਦੁੱਖਾਂ ਦਾ ਵੀ ਹੱਲ ਕਰਨਾ ਨਾ, ਕਿ ਆਪਾਂ ਉਹ ਮਸਲੇ ਤਾਂ ਉਹਨਾਂ ਮਸਲਿਆਂ ਨੂੰ ਵੀ ਆਪਾਂ ਹੀ ਹੱਲ ਕਰਨਾ। ਸੋ ਇਹ ਮੈਂ ਕਿਹਾ ਸੀ ਵੀ ਅਸੀਂ ਹੋ ਗਏ ਹਾਂ, ਪਹਿਲਾਂ ਅਸੀਂ ਮੈਂ ਤੂੰ ਸੀਗੇ, ਜੀ ਹੁਣ ਅਸੀਂ ਹੋਏ ਹਾਂ। ਜੀ ਸੋ ਇਸ ਅਸੀਂ ਨੂੰ ਅਸੀਂ ਸਾਂਭ ਕੇ ਰੱਖਣਾ, ਜੀ ਜੀ ਤੇ ਇਹ 'ਚੋਂ ਅਸੀਂ ਦੇਸ਼ ਦਾ ਪੁਨਰ ਸਿਰਜਣ, ਆਪਣੇ ਸੂਬਿਆਂ ਦਾ ਪੁਨਰ ਸਿਰਜਣ ਕਰ। ਲੱਗਦਾ ਹੈ ਅੱਗੇ ਜੋ ਕਲਮਾਂ ਨੇ ਉਹ ਇਸ ਤੋਂ ਬਾਅਦ, ਅੰਦੋਲਨ ਤੋਂ ਬਾਅਦ ਵੀ ਕੋਈ ਚੰਗਾ ਹੀ ਲਿਖਣਗੀਆਂ, ਜੋ ਸਾਡੇ ਨੌਜਵਾਨ ਲਿਖਦੇ ਸੀਗੇ ਉਹ ਵੀ ਸਾਡੇ ਸਮਾਜ ਲਈ ਕੋਈ ਚੰਗਾ ਲਿਖਣਗੇ। ਬਿਲਕੁਲ, ਕਿਉਂਕਿ ਇੱਕ ਨਿਰਾਸ਼ਾ ਦਾ ਮਾਹੌਲ ਸੀਗਾ ਪੰਜਾਬ 'ਚ ਵੀ, ਅਸੀਂ ਵੀ ਚਲੋ ਇੱਥੋਂ ਚੱਲੀਏ, ਸਾਡੇ ਬੱਚਿਆਂ ਨੇ ਕਹਿਣਾ ਤੁਸੀਂ ਆ ਬਸ ਆਈਲੈਟਸ ਕਰੋ, ਹੈ ਨਾ, ਤੇ ਬਾਹਰ ਚੱਲੋ। ਤੇ ਹੁਣ ਇਹ ਹੈ ਕਿ ਮੈਂ ਸਮਝਦਾ ਕਿ ਸ਼ਾਇਦ ਅਸੀਂ ਵੱਖਰੀ ਤਰ੍ਹਾਂ ਸੋਚੀਏ ਕਿ ਅਸੀਂ ਇਸ, ਔਰ ਬਦਲਣ ਦਾ ਤਰੀਕਾ ਇਹੀ ਹੈ ਕਿ ਅਸੀਂ ਸੱਭਿਆਚਾਰਕ ਤੌਰ ਤੇ ਬਦਲੀਏ, ਸਮਾਜਿਕ ਤੌਰ ਤੇ ਬਦਲੀਏ, ਅਸੀਂ ਰਾਜਨੀਤਿਕ ਤੌਰ ਤੇ ਬਦਲੀਏ। ਸੋ ਕਲਮਾਂ ਦਾ ਮੂਡ ਵੀ ਬਦਲਿਆ, ਕਲਾਕਾਰਾਂ ਦਾ ਮੂਡ ਵੀ ਬਦਲਿਆ। ਜੀ ਬਾਬਾ ਬੋੜ ਕਹੇ ਜਾ ਰਹੇ ਹੋ ਤੁਸੀਂ ਰਚਨਾ ਦੇ, ਇੱਕ ਸਾਨੂੰ ਕੋਈ ਆਪਣੀ ਰਚਨਾ ਜ਼ਰੂਰ ਸਾਡੇ ਸਰੋਤਿਆਂ ਨੂੰ ਸੁਣਾਓ ਤੁਸੀਂ। ਸੋ ਮੈਂ ਕਿਹਾ ਸੀ ਵੀ ਇਹ ਬਾਤ ਨਿਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜਿਹਨੂੰ ਤੌਖਲਾ ਉੱਜੜ ਜਾਣ ਦਾ ਏ। ਜੀ ਜੀ ਤੇਰੇ ਨਾਲ ਅਮੀਰ ਵਜ਼ੀਰ ਖੜੇ,
ਮੇਰੇ ਨਾਲ ਪੈਗੰਬਰ ਪੀਰ ਖੜੇ, ਜੀ ਰਵਿਦਾਸ ਫਰੀਦ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫਕੀਰ ਖੜੇ, ਮੇਰਾ ਨਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਉਹਨਾਂ ਦੀ ਸ਼ਾਨ ਦਾ ਏ। ਇਹ ਬਾਤ ਨਿਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਹੈ। ਜੀ ਜੀ ਧੰਨਵਾਦ ਜੀ, ਧੰਨਵਾਦ। ਹਾਂਜੀ, ਇਹ ਸਨ ਪੰਜਾਬੀ ਰਚਨਾ ਦੇ ਰਚਨਕਾਰ ਬਾਬਾ ਬੋੜ ਸੁਰਜੀਤ ਸਿੰਘ ਪਾਤਰ, ਜਿਨ੍ਹਾਂ ਨੇ ਆਪਣੇ ਬਹੁਮੁੱਲੇ ਵਿਚਾਰ ਸਾਡੇ ਸਰੋਤਿਆਂ ਨਾਲ ਸਾਂਝੇ ਕੀਤੇ ਨੇ। ਤੇ ਅੱਗੇ ਨੂੰ ਵੀ ਅਸੀਂ ਅਜਿਹੀਆਂ ਬਰੂਹਾਂ ਨੂੰ, ਅਜਿਹੀਆਂ ਰੂਹਾਂ ਨੂੰ ਤੁਹਾਨੂੰ ਮਿਲਾਉਂਦੇ ਰਹਾਂਗੇ। ਤੇ ਤੁਸੀਂ ਵੀ ਇਸ ਤਰ੍ਹਾਂ ਹੀ ਅਜਿਹੀਆਂ ਬਰੂਹਾਂ ਦਾ ਸਾਥ ਦਿੰਦੇ ਰਹਿਣਗੇ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਕੁੰਡਲੀ ਬਾਰਡਰ, ਦਿੱਲੀ।